ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਬਰੈਂਪਟਨ ਦੀ। ਬਰੈਂਪਟਨ ਦੇ ਵਿੱਚ ਅਸੈਂਸ਼ੀਅਲ ਵਰਕਰਸ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ, ਚਾਹੇ ਉਹ ਸਾਡੇ ਟਰੱਕ ਚਲਾਉਣ ਵਾਲੇ ਭੈਣ ਭਰਾ ਨੇ, ਚਾਹੇ ਉਹ ਗਰੋਸਰੀ ਸਟੋਰਾਂ 'ਚ ਵਰਕ ਕਰ ਰਹੇ ਨੇ, ਚਾਹੇ ਇੰਡਸਟਰੀਅਲ ਸੈਟਅਪ ਦੇ ਵਿੱਚ ਕੰਮ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀ ਰਿਪੋਰਟਸ ਇੱਕ ਸਾਹਮਣੇ ਆ ਰਹੀ ਹੈ ਕਿ ਜਿਹੜੇ ਇੰਡਸਟਰੀਅਲ ਸੈਟਅਪਸ ਦੇ ਵਿੱਚ ਅਸੈਂਸ਼ੀਅਲ ਵਰਕਰਸ ਕੰਮ ਕਰ ਰਹੇ ਨੇ, ਉਹਨਾਂ ਦੇ ਵਿੱਚ ਕੋਵਿਡ ਦਾ ਫੈਲਾਅ ਬੜੀ ਤੇਜ਼ੀ ਨਾਲ ਹੋ ਰਿਹਾ ਹੈ। 39% ਤੋਂ ਵੱਧ ਉਹਨਾਂ 'ਚ ਫੈਲਾਅ ਹੋ ਰਿਹਾ ਹੈ। ਇਸੇ ਤਰ੍ਹਾਂ ਗਰੋਸਰੀ ਸਟੋਰਸ 'ਚ ਜਿਹੜੇ ਸਟੋਰ ਖੁੱਲ੍ਹੇ ਨੇ, ਉਹਨਾਂ 'ਚ ਵਰਕ ਕਰ ਰਹੇ ਵਰਕਰਾਂ ਦੇ ਵਿੱਚ ਵੀ ਫੈਲਾਅ ਹੋ ਰਿਹਾ ਹੈ। ਸੋ ਪੀਲ ਰੀਜਨ ਦੇ ਜਿਹੜੇ ਟੌਪ ਡਾਕਟਰ ਨੇ, ਡਾਕਟਰ ਲਾਰੈਂਸ ਲੂ, ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਇੰਡਸਟਰੀਅਲ ਸੈਟਅਪ, ਉਹਨਾਂ ਦੀ ਲਿਸਟ ਬਣਾਉਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੱਥੇ ਜ਼ਿਆਦਾ ਕੋਵਿਡ ਦੇ ਕੇਸਿਸ ਹੋ ਰਹੇ ਨੇ ਔਰ ਕੀ ਉੱਥੇ ਹਦਾਇਤਾਂ ਦਾ ਪਾਲਨ ਹੋ ਰਿਹਾ ਜਾਂ ਨਹੀਂ, ਜਾਂ ਉਸ ਦੇ ਬਾਰੇ ਕੀ ਕੁਝ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਊਥ ਏਸ਼ੀਅਨ ਕੋਵਿਡ ਟਾਸਕ ਫੋਰਸ ਦੇ ਡਾਕਟਰ ਰਾਜ ਗਰੇਵਾਲ ਨੇ ਵੀ ਕਿਹਾ ਕਿ ਇਹਨਾਂ ਸੈਂਟਰਾਂ ਦੇ ਵਿੱਚ ਜਿਹੜੀ ਉਹ ਟੈਸਟਿੰਗ ਉਹ ਵਧਾਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਲੋਕਾਂ ਨੂੰ, ਵਰਕਰਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਕਿੰਨੀ ਕੁ ਪਰਸੈਂਟੇਜ ਹੈ ਕੋਵਿਡ ਦੀ ਔਰ ਕਿਸ ਤਰ੍ਹਾਂ ਅਸੀਂ ਹੋਰ ਜਿਹੜਾ ਆਪਣੀਆਂ ਸਾਵਧਾਨੀਆਂ ਵਰਤ ਸਕਦੇ ਹਾਂ। ਦੋਸਤੋ, ਅਸੈਂਸ਼ੀਅਲ ਵਰਕਰਸ ਦਾ ਬੜਾ ਵੱਡਾ ਰੋਲ ਹੈ ਇਸ ਵੇਲੇ ਇਕੋਨਮੀ ਨੂੰ ਚਲਾਉਣ ਲਈ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ। ਪਰ ਇੱਥੇ ਨਾਲ ਦੀ ਨਾਲ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖੇ। ਵਾਰ-ਵਾਰ ਅਸੀਂ ਇਸ ਮੰਚ 'ਤੇ ਇਹ ਗੱਲ ਉਠਾਉਂਦੇ ਹਾਂ ਕਿ ਜਿਹੜੇ ਅਸੈਂਸ਼ੀਅਲ ਵਰਕਰਸ ਨੇ, ਖਾਸ ਤੌਰ 'ਤੇ ਜਿੱਦਾਂ ਬਰੈਂਪਟਨ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰਹਿੰਦੇ ਨੇ, ਉਹਨਾਂ ਦੀ ਸਿਹਤ ਦੇ ਲਈ ਸਰਕਾਰ ਨੂੰ ਕੋਈ ਨਾ ਕੋਈ ਠੋਸ ਕਦਮ ਜ਼ਰੂਰ ਉਠਾਉਣੇ ਚਾਹੀਦੇ ਨੇ। ਉਹਨਾਂ ਦੀ ਸਿਕ ਡੇਜ਼ ਦੇ ਲਈ, ਉਹਨਾਂ ਦੇ ਲਈ ਜਿਹੜੇ ਆਈਸੋਲੇਸ਼ਨ ਸੈਂਟਰ ਹੁਣ ਸ਼ੁਰੂ ਹੋਏ ਨੇ, ਉਹਨਾਂ ਨੂੰ ਵੀ ਹੋਰ ਜਿਹੜਾ ਵਧਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਵਰਕਰਸ ਘਰਾਂ ਦੇ ਵਿੱਚ ਆਈਸੋਲੇਟ ਨਹੀਂ ਰਹਿ ਸਕਦੇ, ਜੇਕਰ ਕੋਵਿਡ ਹੋ ਜਾਂਦਾ ਹੈ ਤਾਂ ਉਹ ਆਈਸੋਲੇਸ਼ਨ ਸੈਂਟਰਸ 'ਚ ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਣ ਅਤੇ ਵੱਧ ਤੋਂ ਵੱਧ ਆਈਸੋਲੇਸ਼ਨ ਸੈਂਟਰ ਹੋਣ। ਤਾਂ ਆਪਾਂ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੇ ਵਿੱਚ ਇੰਡਸਟਰੀਅਲ ਸੈਟਅਪਸ ਦੇ ਵਿੱਚ ਕੋਵਿਡ ਕੇਸਿਸ ਵੱਧ ਰਹੇ ਨੇ। ਬਰੈਂਪਟਨ ਵਾਸੀਆਂ ਦੇ ਲਈ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀਲ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਨੇ, ਖਾਸ ਕਰ ਬਰੈਂਪਟਨ ਦੇ ਵਿੱਚੋਂ। ਲਾਕਡਾਊਨ ਹੋਣ ਦੇ ਬਾਵਜੂਦ ਵੀ ਬਰੈਂਪਟਨ ਦੇ ਵਿੱਚ ਜ਼ਿਆਦਾਤਰ ਕੋਵਿਡ ਦੇ ਕੇਸ ਦੇਖੇ ਜਾ ਰਹੇ ਨੇ, ਜਿਸ ਤੇ ਟਿੱਪਣੀ ਕਰਦੇ ਮੈਡੀਕਲ ਹੈਲਥ ਆਫਿਸਰ ਡਾਕਟਰ ਲਾਰੈਂਸ ਲੌ ਨੇ ਕਿਹਾ ਕਿ ਬਰੈਂਪਟਨ ਦੇ ਵਿੱਚ ਜ਼ਿਆਦਾ ਕੇਸ ਉਹਨਾਂ ਵਿੱਚ ਪਾਏ ਜਾ ਰਹੇ ਨੇ ਜੋ ਇੰਡਸਟਰੀਅਲ ਅਤੇ ਰਿਟੇਲ ਸੈਕਟਰਾਂ ਦੇ ਵਿੱਚ ਕੰਮ ਕਰ ਰਹੇ ਨੇ। ਦੱਸ ਦਈਏ ਕਿ ਬਰੈਂਪਟਨ ਦੇ ਵਿੱਚ ਸਭ ਤੋਂ ਜ਼ਿਆਦਾ ਵੇਅਰ ਹਾਊਸ, ਬਿਗ ਸਟੋਰਸ ਅਤੇ ਵੱਖ-ਵੱਖ ਇੰਡਸਟਰੀਆਂ ਸਥਾਪਿਤ ਹਨ ਅਤੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ 'ਚ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸ ਨਿਕਲ ਕੇ ਬਾਹਰ ਆ ਰਹੇ ਨੇ। ਹੁਣ ਤੱਕ ਬਰੈਂਪਟਨ ਦੇ ਕਈ ਕੰਮ ਵਾਲੀਆਂ ਜਗ੍ਹਾਵਾਂ ਤੇ ਕੋਵਿਡ ਆਊਟਬ੍ਰੇਕ ਹੋ ਚੁੱਕਾ ਹੈ ਅਤੇ ਇਸ ਨੂੰ ਰੋਕਣ ਲਈ ਡਾਕਟਰ ਲੌ ਨੇ ਕਿਹਾ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਕਿਹੜੇ ਕਾਰੋਬਾਰ ਅਸੈਂਸ਼ੀਅਲ ਬਿਜ਼ਨਸ ਦੇ ਵਿੱਚ ਆਉਂਦੇ ਹਨ ਅਤੇ ਸਰਕਾਰ ਨੂੰ ਇੱਕ ਲਿਸਟ ਦੇ ਤਹਿਤ ਅਸੈਂਸ਼ੀਅਲ ਕਾਰੋਬਾਰਾਂ ਨੂੰ ਖੁੱਲ੍ਹੇ ਰਹਿਣ ਦੇ ਆਦੇਸ਼ ਜਾਰੀ ਕਰਨੇ ਚਾਹੀਦੇ ਨੇ ਤੇ ਜਿਹੜੇ ਵੇਅਰ ਹਾਊਸ ਜਾਂ ਰਿਟੇਲ ਸਟੋਰ ਅਸੈਂਸ਼ੀਅਲ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। Truck drivers, food processing workers, pharmaceutical workers, medical workers, these are essential jobs where people can't mail it in. ਤੇ ਦੂਸਰੇ ਪਾਸੇ ਬਰੈਂਪਟਨ ਦੇ ਵਿੱਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕੋਵਿਡ ਆਈਸੋਲੇਸ਼ਨ ਸੈਂਟਰ ਨੂੰ ਆਖਿਰਕਾਰ ਬਰੈਂਪਟਨ ਦੇ ਵਿੱਚ ਇਸ ਹਫ਼ਤੇ ਤੋਂ ਖੋਲ੍ਹੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ ਮੈਡੀਕਲ ਡਾਇਰੈਕਟਰ ਡਾਕਟਰ ਰਾਜ ਗਰੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ ਗੋ ਰੋਡ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਕੋਵਿਡ-19 ਟੈਸਟਿੰਗ ਸੈਂਟਰ ਖੋਲ੍ਹਿਆ ਗਿਆ ਹੈ, ਜਿਸ ਦੇ ਵਿੱਚ ਹਰ ਦਿਨ 600 ਤੋਂ ਵੱਧ ਲੋਕਾਂ ਦਾ ਟੈਸਟ ਕੀਤਾ ਜਾ ਸਕਦਾ ਹੈ। ਪ੍ਰਵਾਸੀ ਟੀਵੀ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਰਾਜ ਗਰੇਵਾਲ ਨੇ ਕਿਹਾ ਕਿ ਕੋਵਿਡ-19 ਟੈਸਟ ਕਰਵਾਉਣ ਲਈ ਇਸ ਸੈਂਟਰ ਦੇ ਵਿੱਚ ਅਪਾਇੰਟਮੈਂਟ ਉਸੇ ਦਿਨ ਬਣਾਈ ਜਾ ਸਕਦੀ ਹੈ। ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈਗਾ ਡਾਕਟਰ ਰਾਜ ਗਰੇਵਾਲ, ਮੈਂ ਮੈਡੀਕਲ ਡਾਇਰੈਕਟਰ ਹੈਗਾ। ਇਹ ਨਵਾਂ ਸਾਡਾ ਟੈਸਟਿੰਗ ਸੈਂਟਰ ਖੁੱਲ੍ਹਿਆ ਹੈ ਬਰੈਂਪਟਨ ਦੇ ਵਿੱਚ। ਸਭ ਤੋਂ ਵੱਡਾ ਟੈਸਟਿੰਗ ਸੈਂਟਰ ਖੁੱਲ੍ਹਿਆ ਐਮਬੈਸੀ ਗ੍ਰੈਂਡ ਕੋਵਿਡ ਟੈਸਟਿੰਗ ਸੈਂਟਰ ਖੁੱਲ੍ਹਿਆ ਹੈ 8800 ਗੋ ਰੋਡ ਦੇ ਉੱਤੇ ਹੈਗਾ। ਅਤੇ ਅਸੀਂ ਇੱਥੇ 600 ਤੋਂ ਉੱਪਰ ਟੈਸਟ ਅਸੀਂ ਕਰ ਸਕਦੇ ਹਾਂ ਰੋਜ਼। ਅਤੇ ਇਹ ਸਾਡੀ ਕਮਿਊਨਿਟੀ ਵਾਸਤੇ ਹੈਗੀ ਆ। ਕਿਹੜੇ ਇੱਥੇ ਕੰਮ ਕਰਦੇ ਆ ਸਾਡੇ ਨਰਸਿਸ, ਸਾਡੇ ਨਰਸਿਸ ਅਤੇ ਸਕਰੀਨਰ ਅਤੇ ਡਾਕਟਰ, ਅਸੀਂ ਸਾਰੇ ਪੰਜਾਬੀ ਬੋਲਦੇ ਹਾਂ, ਹਿੰਦੀ ਬੋਲਦੇ ਹਾਂ। ਸੋ ਇਹ ਸਾਡੀ ਕਮਿਊਨਿਟੀ ਵਾਸਤੇ ਹੈਗੀ ਆ। ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਇਹ ਸਾਰਾ ਪ੍ਰੋਸੀਜਰ ਕੋਵਿਡ ਟੈਸਟ ਦਾ ਹੈਗਾ। ਅਤੇ ਬਾਅਦ ਵਿੱਚ ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਤੁਸੀਂ ਕਿੱਦਾਂ ਆਈਸੋਲੇਸ਼ਨ ਕਰਨੀ ਹੈਗੀ ਆ। ਅਤੇ ਕੋਈ ਹੋਰ ਰਿਸੋਰਸ ਤੁਹਾਨੂੰ ਚਾਹੀਦੀ ਹੋਵੇ, ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ। ਸਾਡੇ ਡਾਕਟਰ ਵੀ ਇੱਥੇ ਹੈਗੇ ਆ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਸਾਡੀ ਕਮਿਊਨਿਟੀ ਵਾਸਤੇ। ਅਸੀਂ ਸੇਮ ਡੇ ਅਪਾਇੰਟਮੈਂਟ ਬਣਾ ਸਕਦੇ ਹਾਂ। ਜੇ ਤੁਸੀਂ ਕਾਲ ਕਰ ਸਕਦੇ ਹੋ ਕਦੋਂ ਤੁਹਾਨੂੰ ਕੋਈ ਟੈਸਟਿੰਗ ਦੀ ਲੋੜ ਹੋਵੇ, ਤੁਸੀਂ ਕਾਲ ਕਰ ਸਕਦੇ ਹੋ 9053667374 ਅਤੇ ਤੁਸੀਂ ਇੱਕ ਅਪਾਇੰਟਮੈਂਟ ਸੇਮ ਡੇ ਬਣਾ ਸਕਦੇ ਹੋ। ਇਹ ਸਾਰਿਆਂ ਵਾਸਤੇ ਇਹ ਟੈਸਟ ਫ੍ਰੀ ਹੈਗਾ।
ਜੇ ਤੁਹਾਨੂੰ ਕੋਈ ਸਿੰਪਟਮ ਹੈਗੇ ਆ, ਜੇ ਤੁਸੀਂ ਕੋਈ ਐਕਸਪੋਜ਼ਰ ਹੈਗਾ, ਜੇ ਤੁਸੀਂ ਹੈਲਥ ਕੇਅਰ ਵਰਕਰ ਹੈਗੇ ਹੋ, ਇਹ ਫ੍ਰੀ ਹੈਗੀ ਆ ਸਾਰਿਆਂ ਵਾਸਤੇ। ਜੇ ਤੁਹਾਨੂੰ ਓਹਿਪ ਕਾਰਡ ਨਹੀਂ ਹੈਗਾ, ਹਾਲੇ ਵੀ ਫ੍ਰੀ ਹੈਗਾ ਤੁਹਾਡੇ ਵਾਸਤੇ। ਉਹਨਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਵਿਡ-19 ਦੇ ਸਿੰਪਟਮਸ ਹੋਣ ਤਾਂ ਉਹਨਾਂ ਨੂੰ ਸਟਾਫ ਮੈਂਬਰ ਵੱਲੋਂ ਸੈਲਫ ਆਈਸੋਲੇਟ ਹੋਣ ਦੀ ਨਸੀਹਤ ਦਿੱਤੀ ਜਾਂਦੀ ਹੈ। ਉਹਨਾਂ ਨਾਲ ਹੀ ਕਿਹਾ ਕਿ ਸੈਂਟਰ ਦੇ ਵਿੱਚ ਜ਼ਿਆਦਾਤਰ ਲੋਕ ਉਹ ਆਉਂਦੇ ਹਨ ਜੋ ਵੇਅਰ ਹਾਊਸਾਂ ਜਾਂ ਬਿਗ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ। ਦੱਸਦੇ ਕਿ ਜਲਦ ਹੀ ਬਰੈਂਪਟਨ ਦੇ ਵਿੱਚ ਨਵੇਂ ਆਈਸੋਲੇਸ਼ਨ ਸੈਂਟਰ ਖੁੱਲ੍ਹੇ ਜਾਣਗੇ ਤਾਂ ਜੋ ਪੀੜਤ ਲੋਕ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਸਕਣ। ਦੋਸਤੋ, ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਆਪਾਂ ਫਿਰ ਭਾਰਤ ਦੀ ਗੱਲ ਹੀ ਕਰਦੇ ਹਾਂ ਔਰ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ 26 ਜਨਵਰੀ ਦੀ ਤਿਆਰੀ ਲਗਾਤਾਰ ਚੱਲ ਰਹੀ ਹੈ ਔਰ ਕਿਸਾਨ ਲੀਡਰਾਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹੈ ਸ਼ਾਂਤੀਪੂਰਵਕ ਮਾਰਚ ਲਈ, ਔਰ ਉਹਨਾਂ ਨੇ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਵਲੰਟੀਅਰਸ ਜਿਹੜੇ ਹਰੀ ਜੈਕਟਾਂ ਪਾ ਕੇ ਉੱਥੇ ਹਾਜ਼ਰ ਰਹਿਣਗੇ, ਐਂਬੂਲੈਂਸਾਂ ਦਾ ਪ੍ਰਬੰਧ ਹੋਵੇਗਾ, ਪੁਲਿਸ ਵੀ ਹੁਣ ਮਨਜ਼ੂਰੀ ਦੇ ਚੁੱਕੀ ਔਰ ਪੁਲਿਸ ਨਾਲ ਸਹਿਯੋਗ ਵੀ ਕਰੇਗੀ। ਵੱਖੋ ਵੱਖਰੇ ਰੂਟ ਵੀ ਜਿਹੜੇ ਉਹ ਦਿੱਤੇ ਜਾ ਚੁੱਕੇ ਨੇ ਔਰ ਉਹਨਾਂ ਰੂਟਾਂ ਦੇ ਉੱਤੇ ਜਿਹੜੇ ਕਿਸਾਨ ਉਹ ਮਾਰਚ ਕਰਨਗੇ। ਟਰੈਕਟਰ ਇਕੱਲੇ ਜਿਹੜੇ ਕਿਹਾ ਗਿਆ ਲਿਆਉਣ ਲਈ, ਸਿਰਫ ਟਰਾਲੀਆਂ ਉਹ ਜਿਨ੍ਹਾਂ ਦੇ ਵਿੱਚ ਕੋਈ ਝਾਕੀਆਂ ਹੋਣਗੀਆਂ ਜਿਸ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ ਉਹ ਆਉਣਗੇ। ਪਰ ਇੱਥੇ ਨਾਲ ਦੀ ਨਾਲ ਇੱਕ ਹੋਰ ਗੱਲ ਵੀ ਸੋਚਣ ਵਾਲੀ ਹੈ ਕਿ ਵੱਖੋ ਵੱਖਰੇ ਸੂਬਿਆਂ ਤੋਂ ਕਿਸਾਨ ਪਹੁੰਚ ਰਹੇ ਨੇ ਦਿੱਲੀ ਬਾਰਡਰ 'ਤੇ। ਉੱਥੇ ਜਿਹੜਾ ਯੂਪੀ ਸਰਕਾਰ ਵੱਲੋਂ ਜਿਹੜੀ ਰੋਕਾਂ ਲਗਾਈਆਂ ਜਾ ਰਹੀਆਂ ਕਿਸਾਨਾਂ ਦੇ ਪਹੁੰਚਣ 'ਤੇ, ਔਰ ਰੋਕਾਂ ਦਾ ਢੰਗ ਵੀ ਬੜਾ ਅਜੀਬ ਹੈ ਕਿ ਪੈਟਰੋਲ ਪੰਪਾਂ ਨੂੰ ਇਹ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਤੇਲ ਨਾ ਪਾਇਆ ਜਾਵੇ, ਕਿਉਂਕਿ ਤੇਲ ਤੋਂ ਬਿਨਾਂ ਟਰੈਕਟਰ ਚੱਲਣਾ ਹੀ ਨਹੀਂ। ਜੇਕਰ ਡੀਜ਼ਲ ਪਏਗਾ ਤਾਂ ਟਰੈਕਟਰ ਅੱਗੇ ਵਧਣਗੇ। ਸੋ ਉਹਨਾਂ ਨੂੰ ਕਿਹਾ ਜਾ ਰਿਹਾ, ਉਹਨਾਂ ਨੂੰ ਇਹ ਇਸ ਤਰ੍ਹਾਂ ਦੀ ਇੰਸਟਰਕਸ਼ਨਸ ਮਿਲ ਰਹੀਆਂ ਨੇ ਯੂਪੀ ਸਰਕਾਰ ਵੱਲੋਂ। ਆਪਾਂ ਨੂੰ ਪਤਾ ਯੂਪੀ ਤੇ ਬੀਜੇਪੀ ਗਵਰਨਮੈਂਟ ਹੈ, ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਨੇ ਔਰ ਪਹਿਲਾਂ ਵੀ ਉਹ ਤਾਨਾਸ਼ਾਹੀ ਰਵੱਈਏ ਦੇ ਲਈ ਬੜੇ ਮਸ਼ਹੂਰ ਨੇ। ਸੋ ਇਸ ਤਰ੍ਹਾਂ ਦੀਆਂ ਹਦਾਇਤਾਂ ਦਾ ਬੜਾ ਵਿਰੋਧ ਹੋ ਰਿਹਾ ਹੈ ਕਿਸਾਨ ਲੀਡਰਾਂ ਵੱਲੋਂ। ਉਹ ਲਗਾਤਾਰ ਕਹਿ ਰਹੇ ਨੇ ਕਿ ਇਹ ਕਿਹੜੇ ਸੰਵਿਧਾਨ ਦੀ ਕਿਹੜੀ ਧਾਰਾ ਦੇ ਅਧੀਨ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀਆਂ ਕੀਤੀਆਂ ਜਾ ਰਹੀਆਂ ਨੇ। ਕਿਸਾਨ ਲੀਡਰ ਜੋਗਿੰਦਰ ਯਾਦਵ ਨੇ ਵੀ ਇਸ ਬਾਰੇ ਕੁਐਸਚਨ ਮਾਰਕ ਲਗਾਇਆ ਹੈ ਕਿ ਕਿਉਂ ਯੂਪੀ ਗਵਰਨਮੈਂਟ ਇਸ ਤਰ੍ਹਾਂ ਕਰ ਰਹੀ ਹੈ। ਤੇ ਯੂਪੀ ਦੇ ਕਿਸਾਨਾਂ ਦੇ ਲੀਡਰ ਨਰੇਸ਼ ਟਕੈਤ ਨੇ ਵੀ ਕਿਹਾ ਕਿ ਜੇਕਰ ਕਿਸਾਨਾਂ ਨੂੰ ਅਜਿਹੀਆਂ ਮੁਸ਼ਕਲਾਂ ਆ ਰਹੀਆਂ ਤਾਂ ਕਿਸਾਨ ਜਿੱਥੇ ਵੀ ਹਨ ਉੱਥੇ ਹੀ ਧਰਨਾ ਦੇਣਾ ਸ਼ੁਰੂ ਕਰ ਦੇਣ ਤਾਂ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਇਸ ਤਰ੍ਹਾਂ ਦੀਆਂ ਰੋਕਾਂ ਬਿਲਕੁਲ ਹੀ ਗੈਰ ਸੰਵਿਧਾਨਕ ਹਨ। ਸੋ ਇਸ ਸਭ ਕਾਸੇ ਬਾਰੇ ਕਿ ਇਸ ਅੰਦੋਲਨ ਦੇ ਵਿੱਚ ਜੋ ਲਗਾਤਾਰ ਇਹ ਗਤੀਵਿਧੀਆਂ ਹੋ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਹੋਰ ਵੀ ਕਈ ਕੁਝ ਨਵਾਂ ਦੇਖਣ ਨੂੰ ਮਿਲੇਗਾ, ਉਸ ਬਾਰੇ ਹੀ ਅੱਜ ਆਪਾਂ ਆਪਣੇ ਮਹਿਮਾਨ ਨਾਲ ਗੱਲ ਕਰਨੀ ਹੈ। ਸੋ ਸਾਡੇ ਮਹਿਮਾਨ ਜਿਨ੍ਹਾਂ ਨਾਲ ਮੈਂ ਤੁਹਾਡੀ ਹੁਣੇ ਜਾਣ ਪਹਿਚਾਣ ਕਰਾਵਾਂਗਾ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕਿਸਾਨ ਅੰਦੋਲਨ ਬਾਰੇ ਅਸੀਂ ਗੱਲ ਕਰਾਂਗੇ ਆਪਣੇ ਮਹਿਮਾਨ ਦੇ ਨਾਲ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਭਾਰਤ 'ਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਸ ਬਾਰੇ ਅੱਜ ਅਸੀਂ ਆਪਣੇ ਮਹਿਮਾਨ ਨਾਲ ਗੱਲ ਕਰਾਉਣੀ ਹੈ। ਸੋ ਮਹਿਮਾਨ ਜਿਹੜੇ ਸਾਡੇ ਨੇ ਉਹਨਾਂ ਨਾਲ ਮੈਂ ਪਹਿਲਾਂ ਤੁਹਾਡੀ ਜਾਣ ਪਹਿਚਾਣ ਕਰਾ ਦਿਆਂ, ਤਾਰਫ ਕਰਾ ਦਿਆਂ। ਸਾਡੇ ਨਾਲ ਜੁੜੇ ਨੇ ਹਰਪਰਮਿੰਦਰਜੀਤ ਸਿੰਘ ਗਦਰੀ। ਸੋ ਉਹ ਬਹੁਤ ਜ਼ਿਆਦਾ ਐਕਟਿਵ ਨੇ ਇਸ ਸਾਰੇ ਕਿਸਾਨ ਅੰਦੋਲਨ ਦੇ ਮਾਮਲੇ 'ਚ। ਕੈਨੇਡਾ 'ਚ ਰਹਿੰਦੇ ਨੇ ਪਰ ਉਹ ਲਗਾਤਾਰ ਉਹਨਾਂ ਨਾਲ ਸਹਿਯੋਗ ਕਰ ਰਹੇ ਨੇ। ਇੱਥੇ ਵੀ ਜਿਹੜੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਉਸ 'ਚ ਵੀ ਸ਼ਾਮਲ ਹੁੰਦੇ ਨੇ ਔਰ ਅਲਾਇੰਸ ਆਫ ਪ੍ਰੋਗਰੈਸਿਵ ਕੈਨੇਡੀਅਨਸ ਨੂੰ ਰਿਪਰੈਜ਼ੈਂਟ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਹਰਪਰਮਿੰਦਰਜੀਤ ਗਦਰੀ ਜੀ ਤੁਹਾਡਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਤੁਸੀਂ ਸਾਡੇ ਨਾਲ ਜੁੜੇ। ਤੋ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰਦੇ ਕਿ ਜਿਹੜਾ 26 ਜਨਵਰੀ ਦੀ ਗਣਤੰਤਰ ਪਰੇਡ ਕਰ ਰਹੇ ਨੇ ਔਰ ਕਿਸਾਨ ਗਣਤੰਤਰ ਪਰੇਡ ਉਸ ਦਾ ਨਾਂ ਦਿੱਤਾ ਹੈ,
ਔਰ ਵਿਸ਼ਵ ਦੇ ਵਿੱਚ ਕਹਿੰਦੇ ਇੱਕ ਵੱਖਰੀ ਤਰ੍ਹਾਂ ਦੀ ਮਿਸਾਲ ਕਾਇਮ ਹੋਣ ਜਾ ਰਹੀ ਕਿ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਲੱਖਾਂ ਦੀ ਗਿਣਤੀ ਦੇ ਉੱਥੇ ਪਹੁੰਚ ਰਹੇ ਨੇ ਔਰ ਉਸ ਪਰੇਡ ਵਿੱਚ ਸ਼ਾਮਲ ਹੋ ਰਹੇ ਨੇ। ਤੁਹਾਨੂੰ ਕੀ ਜਾਣਕਾਰੀ ਹੈ ਉਸ ਪਰੇਡ ਬਾਰੇ ਕਿ ਕਿਵੇਂ ਦਾ ਉਤਸ਼ਾਹ ਹੈ ਉੱਥੇ ਜਿਹੜੇ ਤੁਹਾਡੇ ਜਾਣ ਪਹਿਚਾਣ ਵਾਲੇ ਕਿਸਾਨ ਨੇ ਅਤੇ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੇ ਉੱਥੇ ਸਹਿਯੋਗ ਕਰ ਰਹੇ ਨੇ? ਇੱਕ ਪ੍ਰੋਟੈਸਟ ਆ ਜੀ। ਜੀ, ਇਹ ਸ਼ਾਇਦ ਪਿਛਲੇ 100-200 ਸਾਲ ਵੀ ਨਹੀਂ ਇਸ ਤਰੀਕੇ ਦਾ ਪ੍ਰੋਟੈਸਟ ਹੋਇਆ ਬਿਲਕੁਲ। ਕਿ ਇਹ ਜਿਹੜੇ ਬਲੈਕ ਲਾਜ਼ ਨੇ, 3 ਜਿਹੜੇ ਲਾਜ਼ ਨੇ, ਉਹਨਾਂ ਦੇ ਅਗੇਂਸਟ ਲੋਕਾਂ ਨੂੰ ਜਿਹੜਾ ਲਾਮਬੰਦ ਕੀਤਾ। ਜੀ, ਇਹ ਸਾਰਾ ਜਿਹੜਾ ਸਿਹਰਾ ਜਾਂਦਾ ਵਾ ਆਪਣੀਆਂ ਕਿਸਾਨ ਯੂਨੀਅਨਾਂ ਨੂੰ। ਜੀ, ਕਿਸਾਨ ਯੂਨੀਅਨਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਇੱਕ ਨਾਨ ਪੋਲੀਟੀਕਲ ਪਲੇਟਫਾਰਮ ਜਿਹੜਾ ਉਹਨੂੰ ਐਸਟੈਬਲਿਸ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਪਾਰਲੀਮੈਂਟਰੀ ਪਾਰਟੀਆਂ ਜਿਹੜੀਆਂ ਇਲੈਕਸ਼ਨ ਦੇ ਲਈ ਜਾਂ ਵੋਟਾਂ ਬਟੋਰਨ ਦੇ ਕਰਕੇ ਕਿਸੇ ਵੀ ਅੰਦੋਲਨ ਦੇ ਵਿੱਚ ਕੋਈ ਨਾ ਕੋਈ ਗੰਢ ਧੁੱਪ ਕਰਦੀਆਂ ਤੇ ਮੁੜ ਕੇ ਦਲਾਲੀ ਕਰ ਲੈਂਦੀਆਂ, ਉਹਨਾਂ ਨੇ ਉਹਨਾਂ ਪਾਰਟੀਆਂ ਨੂੰ ਬਿਲਕੁਲ ਲਾਗੇ ਨਹੀਂ ਲਾਇਆ ਤੇ ਉਹ ਇੱਕ ਬੜਾ ਹੀ ਕਹਿ ਲਓ ਕਿ ਸਕਸੈਸਫੁਲ ਇਹਨਾਂ ਦਾ ਅੰਦੋਲਨ ਚੱਲ ਰਿਹਾ ਵਾ। ਤੇ ਇਸ ਅੰਦੋਲਨ ਦਾ ਜਿਹੜੀ ਛਾਪ ਵਾ ਵਿਦੇਸ਼ਾਂ ਵਿੱਚ ਵੀ ਇਸ ਤਰੀਕੇ ਦੇ ਨਾਲ ਛੱਡੀ ਗਈ ਹੈ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਦੇਸ਼ ਹੋਏਗਾ ਜਿੱਥੇ ਪੰਜਾਬੀ ਵਸਦੇ ਹੋਣਗੇ ਤੇ ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਦੀ ਫੇਵਰ ਦੇ ਵਿੱਚ ਲੋਕਾਂ ਨੇ ਜਿਹਾਦ ਦਾ ਨਾਅਰਾ ਨਾ ਮਾਰਿਆ ਹੋਵੇ। ਲੋਕਾਂ ਨੇ ਪੂਰੀ ਸਪੋਰਟ ਜਿਹੜੀ ਹੈ ਤਨੋਂ ਮਨੋਂ ਤੁਹਾਨੂੰ ਹਰ ਤਰੀਕੇ ਦੀ ਸਪੋਰਟ ਜਿਹੜੀ ਆ ਉਸ ਅੰਦੋਲਨ ਨੂੰ ਦਿੱਤੀ ਹੈ। ਬਿਲਕੁਲ ਬਿਲਕੁਲ। ਸੋ ਇਹ ਜਿਹੜੀ 26 ਜਨਵਰੀ ਦੀ ਪਰੇਡ ਹੈ ਬੜੀ ਮਹੱਤਵਪੂਰਨ ਹੈ। ਕੋਈ ਕੈਨੇਡਾ ਦੇ ਵਿੱਚ ਵੀ ਉਹਨਾਂ ਦਾ, ਕਿਉਂਕਿ ਆਪਾਂ ਇਸ ਵੇਲੇ ਬਹੁਤ ਵੱਡੇ ਲੋਕਡਾਊਨ 'ਚ ਚੱਲ ਰਹੇ ਹਾਂ, ਸਟੇ ਐਟ ਹੋਮ ਦੇ ਆਰਡਰ ਨੇ, ਪਰ ਕੋਈ ਇੱਥੇ ਇਸ ਤਰ੍ਹਾਂ ਦਾ ਕੋਈ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਜਾਂ ਕੋਈ ਸਿੰਬੋਲਿਕ ਪ੍ਰੋਟੈਸਟ ਹੋ ਰਿਹਾ ਕਿ ਤਾਂ ਕਿ ਉਸ ਦਿਨ ਉਹਨਾਂ ਦੇ ਨਾਲ ਜਿਹੜੀ ਉਹ ਸੋਲੀਡੈਰਿਟੀ ਸ਼ੋਅ ਕੀਤੀ ਜਾਵੇ ਕਿ ਅਸੀਂ ਵੀ ਨਾਲ ਆ ਤੁਹਾਡੇ? ਹਾਂਜੀ, ਅਸੀਂ ਜੀ ਇੱਥੇ 26 ਤਰੀਕ ਨੂੰ 2 ਵਜੇ ਜੀ ਬਰੈਂਪਟਨ ਸੌਕਰ ਸੈਂਟਰ ਤੋਂ ਲੈ ਕੇ ਇੰਡੀਅਨ ਪਾਸਪੋਰਟ ਆਫਿਸ ਤੱਕ ਇੱਕ ਕਾਰ ਰੈਲੀ ਦਾ ਆਯੋਜਨ ਕੀਤਾ ਵਾ ਜੀ, ਜਿਹਦੇ ਵਿੱਚ ਅਲਾਇੰਸ ਆਫ ਪ੍ਰੋਗਰੈਸਿਵ ਕੈਨੇਡੀਅਨਸ, GTA ਵੈਸਟ ਕਲੱਬ, ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਜੀ, ਸਿਰਜਣਹਾਰੀਆਂ ਦੀ ਜਥੇਬੰਦੀ ਤੇ ਹੋਰ ਜਿਹੜੀਆਂ ਵਾ ਪ੍ਰੋਗਰੈਸਿਵ ਜਥੇਬੰਦੀਆਂ ਨੇ ਉਹ ਸਾਡੇ ਨਾਲ ਜਿਹੜੀਆਂ ਪੂਰਾ ਸਹਿਯੋਗ ਕਰ ਰਹੀਆਂ। ਤੇ ਬਰੈਂਪਟਨ ਦੇ ਵਿੱਚ ਵੀ ਅਸੀਂ ਈਵਨ ਦੈਨ ਲਾਕਡਾਊਨ ਦੇ ਦੌਰਾਨ ਵੀ ਤੇ ਪਲੱਸ ਕੋਵਿਡ ਦੀਆਂ ਜਿਹੜੀਆਂ ਸਾਰੀਆਂ ਇੰਸਟਰਕਸ਼ਨਾਂ ਨੂੰ ਫੋਲੋ ਕਰਦੇ ਹੋਏ ਕੋਈ ਅਸੀਂ ਬਾਹਰ ਨਹੀਂ ਨਿਕਲਣਾ, ਓਨਲੀ ਅਸੀਂ ਸਿੰਬੋਲਿਕ ਜਿਹੜੀ ਕਾਰ ਰੈਲੀ ਜਿਹੜੀ ਆ ਉਸ ਦਿਨ ਅਸੀਂ ਆਯੋਜਨ ਕੀਤਾ ਜੀ। ਜੀ ਬਿਲਕੁਲ, ਤਾਂ ਕਿ ਉਹ ਸਾਰੇ ਵਿਸ਼ਵ 'ਚ ਜਿੱਦਾਂ ਵੱਖੋ ਵੱਖਰੇ ਸਥਾਨ 'ਤੇ ਉਸ ਦਿਨ ਪ੍ਰਦਰਸ਼ਨ ਹੋਣਗੇ ਉਹਨਾਂ ਦਾ ਸਾਥ ਦੇਣ ਲਈ ਔਰ ਇੱਕ ਤਰ੍ਹਾਂ ਕਿ ਤਾਂ ਕਿ ਦਬਾਅ ਬਣੇ ਹੋਰ ਸਰਕਾਰ 'ਤੇ। ਅਤੇ ਬੜੀ ਤੁਸੀਂ ਵੀ ਇਸ ਪਾਸੇ ਕਦਮ ਪੁੱਟ ਰਹੇ ਹੋ, ਬੜੀ ਵਧੀਆ ਗੱਲ ਹੈ। ਆਪਾਂ ਹੋਰ ਗੱਲ ਕਰਦੇ ਕਿ ਖਾਸ ਤੌਰ ਜਿਹੜੇ ਕਾਲੇ ਕਾਨੂੰਨਾਂ ਬਾਰੇ, ਜਿਹੜੇ ਕਾਨੂੰਨ ਨੇ ਜਿਸ ਨੂੰ ਵਾਪਸ ਲੈਣ ਲਈ ਕਿਸਾਨ ਲਗਾਤਾਰ ਦਬਾਅ ਬਣਾ ਰਹੇ, ਕਿ ਉਹਦੀ ਜਿਹੜੀ ਹੁਣ ਕੀ ਸਥਿਤੀ ਹੋ ਸਕਦੀ ਹੈ ਇਸ ਪਰੇਡ ਤੋਂ ਬਾਅਦ। ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਉਸ ਤੋਂ ਬਾਅਦ। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हर साल से आपका जाना पहचाना नाम वाजिद मलिक है हर वक्त आपके साथ। अ रियल एस्टेट एंड इन्वेस्टमेंट एक्सपर्ट, साउथ एशियन कम्युनिटी की जान। फ्रॉम कॉन्डो, टाउन हाउस या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। सो कॉल नाउ 416-827-3333, 416-827-3333 or visit wajidmalik.com. Proven, trusted name in the community. ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਸਾਡੇ ਨਾਲ ਜੁੜੇ ਹੋਏ ਨੇ ਹਰਪਰਮਿੰਦਰਜੀਤ ਗਦਰੀ ਜੀ, ਜਿਹੜੇ ਕਿ ਬਰੈਂਪਟਨ ਦੇ ਵਿੱਚ ਕੰਮ ਕਰ ਰਹੇ ਨੇ ਔਰ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਅਲਾਇੰਸ ਆਫ ਪ੍ਰੋਗਰੈਸਿਵ ਕੈਨੇਡੀਅਨਸ, ਉਹਦੇ ਦੁਆਰਾ ਉਹ ਉਹਦੇ ਵਿੱਚ ਹਿੱਸਾ ਲੈ ਰਹੇ ਨੇ। ਸੋ ਗਦਰੀ ਸਾਹਿਬ, ਇਸ ਵੇਲੇ ਜਿਹੜੀ ਡੈਡਲੌਕ ਦੀ ਸਥਿਤੀ ਬਣੀ ਹੋਈ ਆ, ਹੁਣ ਅਗਲੀ ਮੀਟਿੰਗ ਦਾ ਪਤਾ ਨਹੀਂ ਕਦੋਂ ਹੋਵੇਗੀ ਕਿਉਂਕਿ ਸਰਕਾਰ ਨੇ ਕੋਈ ਡੇਟ ਨਹੀਂ ਦਿੱਤੀ। ਕਿਸਾਨ ਲੀਡਰ ਕਹਿ ਰਹੇ ਨੇ ਜਾਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਕਹਿ ਰਹੀਆਂ ਨੇ ਕਿ ਲਾਅ ਵਾਪਸ ਲੈਣ। ਤੁਹਾਨੂੰ ਲੱਗਦਾ ਕਿ 26 ਜਨਵਰੀ ਤੋਂ ਬਾਅਦ ਕੋਈ ਨਵੀਂ ਗੱਲ ਹੋਵੇਗੀ ਤੇ ਸਰਕਾਰ 'ਤੇ ਹੋਰ ਦਬਾਅ ਵਧੇਗਾ? ਅੱਜ ਸਰਕਾਰ ਦੇ ਤੇ ਜੀ ਡੇ ਬਾਏ ਡੇ ਜਿਹੜਾ ਵਾ ਦਬਾਅ ਜਿਹੜਾ ਲਗਾਤਾਰ ਵੱਧ ਰਿਹਾ।
ਜੀ ਉਹ ਦਬਾਅ ਜਿਹੜਾ ਵਾ ਇੱਕ ਜਿਸ ਤਰੀਕੇ ਨਾਲ ਅੰਦੋਲਨ ਜਿਹੜਾ ਵਾ ਪੰਜਾਬ ਤੋਂ ਉੱਠਿਆ ਅੰਦੋਲਨ, ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ ਤੇ ਸਾਰੇ ਹਿੰਦੁਸਤਾਨ ਦੀਆਂ ਜਿਹੜੀਆਂ 22 ਸਟੇਟਸ ਦੇ ਵਿੱਚ ਜਿਹੜਾ ਬੜੀ ਚੰਗੇ ਤਰੀਕੇ ਨਾਲ ਫੈਲਿਆ ਵਾ। ਜੀ ਤੇ ਕੱਲ ਜਿਹੜਾ ਵਾ ਮਹਾਰਾਸ਼ਟਰ 'ਚ ਵੀ ਬਹੁਤ ਤਗੜਾ ਪ੍ਰੋਟੈਸਟ ਹੋਇਆ ਵਾ। ਬਿਲਕੁਲ ਮਹਾਰਾਸ਼ਟਰ ਦੀ ਹਿਸਟਰੀ 'ਚ ਵੀ ਉਹ ਪ੍ਰੋਟੈਸਟ ਬੜਾ ਤਗੜਾ ਪ੍ਰੋਟੈਸਟ ਸੀ। ਇਸੇ ਤਰ੍ਹਾਂ ਕਰਨਾਟਕਾ ਦੇ ਵਿੱਚ ਬੜੇ ਅੱਛੇ ਪ੍ਰੋਟੈਸਟ ਹੋਏ ਆ, ਬਹੁਤ ਲੋਕਾਂ ਦੀ ਲਾਮਬੰਦੀ ਹੋਈ ਹੈ। ਜੀ ਇਹਨਾਂ ਦੇ ਉੱਤੇ ਪ੍ਰੈਸ਼ਰ ਤੇ ਜਿਹੜਾ ਇਹ ਬੀਜੇਪੀ ਤੇ ਆਰਐਸਐਸ ਦੀ ਗਵਰਨਮੈਂਟ ਆ, ਇਹਨਾਂ ਦੇ ਉੱਤੇ ਪ੍ਰੈਸ਼ਰ ਤੇ ਬਹੁਤ ਚੰਗੇ ਤਰੀਕੇ ਨਾਲ ਬਿਲਡ ਅਪ ਹੋਇਆ। ਉਸ ਪ੍ਰੈਸ਼ਰ ਦਾ ਹੀ ਸਦਕਾ ਵਾ ਕਿ ਇਹਨਾਂ ਨੇ 26 ਜਨਵਰੀ ਨੂੰ ਜਿਹੜਾ ਕਿਸਾਨਾਂ ਨੂੰ ਜਿਹੜਾ ਰੂਟ ਮੈਪ ਦਿੱਤਾ ਕਿ ਤੁਸੀਂ ਇੱਥੇ ਦਿੱਲੀ 'ਚ ਐਂਟਰ ਕਰ ਸਕਦੇ ਹੋ। ਜਿੰਨਾ ਚਿਰ ਤੱਕ ਕਿਸਾਨਾਂ ਨੇ ਪ੍ਰੈਸ਼ਰ ਨਹੀਂ ਸੀ ਪਾਇਆ, ਉਹਨਾਂ ਚਿਰ ਤੱਕ ਇਹਨਾਂ ਦੀ ਜਿਹੜੀ ਇੱਕ ਸਟੇਟ ਹੀ ਆ ਹਰਿਆਣਾ ਜਿਹੜੀ ਆ, ਉੱਥੇ ਉਹਨਾਂ ਨੇ ਹੀ ਕਿਸਾਨਾਂ ਦੇ ਉੱਤੇ ਬੜਾ ਤਗੜਾ ਤਸ਼ੱਦਦ ਕੀਤਾ ਸੀ। ਤੇ ਹੁਣ ਇਹਨਾਂ ਨੂੰ ਪਤਾ ਵਾ ਕਿ ਉਹ ਕਿਸਾਨ ਇੱਕ ਸੁੱਤਾ ਸ਼ੇਰ ਆ, ਤੇ ਜੇ ਨਾ ਜਾਗੇ ਤੇ ਕਾਫੀ ਚਿਰ ਸੁੱਤਾ ਹੀ ਰਹਿੰਦਾ ਵਾ। ਜੀ ਪਰ ਜੇ ਹੁਣ ਜਾਗ ਗਿਆ ਤੇ ਹੁਣ ਉਹ ਸ਼ਿਕਾਰ ਕਰਕੇ ਹੀ ਆਊਗਾ। ਔਰ ਬਿਲਕੁਲ ਹੁਣ ਤਾਂ ਆਮ ਲੋਕ ਨਾਲ ਜੁੜ ਰਹੇ ਨੇ, ਮਜ਼ਦੂਰ ਨਾਲ ਜੁੜ ਰਹੇ ਨੇ, ਜਨ ਅੰਦੋਲਨ ਬਣ ਰਿਹਾ। ਬਿਲਕੁਲ ਜੀ, ਕਿਉਂਕਿ ਇਹ ਅਸੀਂ ਪਹਿਲੇ ਦਿਨ ਤੋਂ ਹੀ ਇਹ ਦੱਸਦੇ ਆ ਰਹੇ ਹਾਂ ਕਿ ਇਹ ਜਿਹੜੇ 3 ਕਾਨੂੰਨ ਨੇ, ਜਿਹੜਾ ਹੈਗਾ ਉਹ ਪ੍ਰਾਈਸ ਆਪਣਾ ਹੋਲਸੇਲ ਜਿਹੜੀ ਕਮੋਡਿਟੀਜ਼ ਦਾ ਜਿਹੜਾ ਹੈਗਾ ਵਾ, ਉਹਦੇ ਵਿੱਚ ਕਾਰਪੋਰੇਟ ਸੈਕਟਰ ਜਿਹੜਾ ਵਾ ਉਹਨੂੰ ਪੂਰੀ ਖੋਲ ਦੇ ਦਿੱਤੀ ਗਈ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ਖੀਰੇਬਾਜ਼ੀ ਕਰੋ, ਜਿੰਨਾ ਮਰਜ਼ੀ ਸਟੋਰ ਕਰੋ। ਕਿਸਾਨਾਂ ਕੋਲੋਂ ਜਿਹੜਾ ਮਿੱਟੀ ਦੇ ਭਾਅ ਚੀਜ਼ ਲੈ ਕੇ ਤੇ ਜਿਹੜਾ ਉਹ ਫਾਈਨਲ ਕੰਜ਼ਿਊਮਰ ਆ, ਸ਼ਹਿਰ ਦਾ ਵੀ, ਜਿਹ 'ਚ ਮਜ਼ਦੂਰ ਵੀ ਆ ਜਾਂਦੇ ਤੇ ਸ਼ਹਿਰ ਦਾ ਮਿਡਲ ਕਲਾਸ ਜਿਹੜੀ ਪੀਪਲ ਆ, ਉਹਨਾਂ ਨੂੰ ਵੀ ਉਹ ਅੱਗ ਦੇ ਭਾਅ ਚੀਜ਼ਾਂ ਮਿਲਣੀਆਂ। ਤੇ ਇਹ ਇੱਕ ਜਣੇ ਨੂੰ ਮਾਰ ਨਹੀਂ ਪੈਣੀ, ਇਹ ਸਾਰੇ ਸਾਡੇ ਸਮਾਜ ਦੇ ਸਾਰੇ ਤਬਕਿਆਂ ਨੂੰ ਹੀ ਬੜੇ ਤਗੜੇ ਤਰੀਕੇ ਨਾਲ ਮਾਰ ਪੈਣੀ ਆ। ਇਸ ਕਰਕੇ ਇਸ ਅੰਦੋਲਨ ਦੇ ਵਿੱਚ ਸਾਰਿਆਂ ਦਾ ਜੁੜਨਾ ਜਿਹੜਾ ਲਾਜ਼ਮੀ ਹੈ। ਬਿਲਕੁਲ ਬਿਲਕੁਲ। ਔਰ ਇਹ ਜਿਹੜਾ ਹੁਣ ਆਉਣ ਵਾਲਾ ਬਜਟ ਸੈਸ਼ਨ ਹੈ ਜਿਹੜਾ ਆ ਰਿਹਾ ਭਾਰਤ ਸਰਕਾਰ ਦਾ, ਤੁਹਾਨੂੰ ਲੱਗਦਾ ਕਿ ਉਹਦੇ 'ਚ ਵੀ ਬਹੁਤ ਵੱਡੀ ਆਵਾਜ਼ ਬਣੇਗਾ ਕਿਸਾਨ ਅੰਦੋਲਨ, ਔਰ ਓਪੋਜੀਸ਼ਨ ਤੇ ਵੀ ਇੱਕ ਤਰ੍ਹਾਂ ਦਾ ਦਬਾਅ ਬਣਿਆ ਕਿ ਉੱਥੇ ਜਿਹੜੀ ਓਪੋਜੀਸ਼ਨ ਹੈ ਉਹ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਵੇ ਤਾਂ ਕਿ ਸਰਕਾਰ ਤੇ ਹੋਰ ਦਬਾਅ ਬਣੇ? ਬਿਲਕੁਲ ਜੀ, ਅਪੋਜੀਸ਼ਨ ਤੇ ਨੈਚੁਰਲ ਅਪੋਜੀਸ਼ਨ ਦਾ ਵੀ ਜਿਹੜੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਉਹਨਾਂ ਦੀ ਭਾਵੇਂ ਇਲੈਕਸ਼ਨ ਜਿਹੜੀ ਪੋਲਿਟਿਕਸ ਆ, ਜਿਸ ਤਰੀਕੇ ਦੀ ਮਰਜ਼ੀ ਪੋਲਿਟਿਕਸ ਆ, ਪਰ ਇਸ ਅੰਦੋਲਨ ਦਾ ਜਿਹੜਾ ਵਾ, ਇਸ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਕੋਈ ਵੀ ਜਿਹੜਾ ਸੈਸ਼ਨ ਪਾਰਲੀਮੈਂਟ ਦਾ ਉਹ ਨਹੀਂ ਹੋਏਗਾ। ਤੇ ਇਹ ਇੱਕ ਬੜਾ ਤਗੜਾ ਜਿਹੜਾ ਇੱਕ ਪਾਰਲੀਮੈਂਟ ਦੇ ਵਿੱਚ ਇਹਦਾ ਤਗੜਾ ਇੱਕ ਸਮਾਜ ਜਿਹੜਾ ਰਚਿਆ ਜਾਏਗਾ ਇਸ ਅੰਦੋਲਨ ਦੇ ਉੱਤੇ, ਕਿ ਕਿਸ ਤਰੀਕੇ ਨਾਲ ਸਰਕਾਰ ਨੇ ਕੀ ਕੁਛ ਕੀਤਾ ਉਹਨਾਂ ਤੇ ਉਹਨਾਂ ਨੇ ਕਿਸ ਸਿਰੜ ਦੇ ਨਾਲ ਕਿਸਾਨਾਂ ਨੇ ਅੰਦੋਲਨ ਜਿਹੜਾ ਵਾ, ਇੱਕ ਪੰਜਾਬ ਤੋਂ ਉੱਠਿਆ ਅੰਦੋਲਨ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਫੈਲ ਗਿਆ। ਬਿਲਕੁਲ, ਪੰਜਾਬ ਨੇ ਬੜੀ ਮੋਹਰੀ ਭੂਮਿਕਾ ਨਿਭਾ ਰਿਹਾ ਇਸ ਸਾਰੇ ਮਾਮਲੇ 'ਚ, ਔਰ ਬੜਾ ਸ਼ਾਂਤੀਪੂਰਵਕ ਢੰਗ ਨਾਲ ਜਿਹੜੇ ਲੀਡਰ ਉਹ ਅਗਵਾਈ ਵੀ ਕਰ ਰਹੇ ਨੇ ਕਿ ਸ਼ਾਂਤ ਰਹਿਣਾ ਔਰ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਾਂ ਜਿਹੜੀ ਇਹ ਜਿੱਤ ਪ੍ਰਾਪਤ ਕਰਨੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਗਦਰੀ ਸਾਹਿਬ ਕਿ ਤੁਸੀਂ ਸਾਡੇ ਨਾਲ ਜੁੜੇ ਔਰ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਵੀ ਆਪਣੀ ਜਿਹੜੇ ਅਲਾਇੰਸ ਵੱਲੋਂ ਇੱਥੇ 26 ਜਨਵਰੀ ਵਾਲੇ ਦਿਨ ਇੱਕ ਜਿਹੜੀ ਕਰ ਰਹੇ ਹੋ, ਮਾਰਚ ਕਰ ਰਹੇ ਹੋ, ਔਰ ਕਿਸ ਤਰ੍ਹਾਂ ਤੁਸੀਂ ਉਸ ਅੰਦੋਲਨ ਦਾ ਸਾਥ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਇਹ ਸਨ ਹਰਪਰਮਿੰਦਰਜੀਤ ਗਦਰੀ, ਜਿਨ੍ਹਾਂ ਨੇ ਸਾਡੇ ਨਾਲ ਅੱਜ ਗੱਲਬਾਤ ਕੀਤੀ ਕਿਸਾਨ ਅੰਦੋਲਨ ਬਾਰੇ ਟੋਰਾਂਟੋ ਤੋਂ। ਸੋ ਦੋਸਤੋ, ਅੱਜ ਦੇ ਇਸ ਸੈਗਮੈਂਟ ਦੇ ਵਿੱਚ ਜਿੱਥੇ ਆਪਾਂ ਵੱਖੋ ਵੱਖਰੇ ਵਿਸ਼ਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਕਿਉਂਕਿ 26 ਜਨਵਰੀ ਦਾ ਜਿਹੜਾ ਕਿਸਾਨ ਅੰਦੋਲਨ ਬੜਾ ਇੰਪੋਰਟੈਂਟ ਹੈ ਕਿ ਉਸ ਦਿਨ ਪਰੇਡ ਜਿਹੜੀ ਕੀਤੀ ਜਾ ਰਹੀ ਹੈ, ਉਸ ਬਾਰੇ ਜਿਹੜੀ ਆਪਾਂ ਗੱਲਬਾਤ ਕੀਤੀ ਔਰ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਕਿਸਾਨ ਉਹ ਅਪੀਲ ਕਰ ਰਹੇ ਨੇ ਲਗਾਤਾਰ, ਕਿਸਾਨ ਲੀਡਰ ਕਿ ਸ਼ਾਂਤੀਪੂਰਵਕ ਢੰਗ ਨਾਲ ਜਿਹੜੇ ਰੂਟ ਐਲੋਕੇਟ ਕੀਤੇ ਗਏ ਉਹਨਾਂ 'ਚ ਅੰਦੋਲਨ ਲੈ ਕੇ ਜਾਣਾ। ਅਗਾਂਹ ਫਿਰ ਅਗਲੇ ਹਫ਼ਤੇ ਖਬਰਾਂ ਦੇ ਨਾਲ ਜਿਹੜੀਆਂ ਜੋ ਕੁਝ ਵੀ ਇਸ ਹਫ਼ਤੇ ਵਾਪਰੇਗਾ ਮੈਂ ਹਾਜ਼ਰ ਹੋਵਾਂਗਾ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਸਾਨੂੰ ਫੀਡਬੈਕ ਜ਼ਰੂਰ ਦਿਓ, ਸਾਡੇ ਨਾਲ ਸਾਂਝੀ ਕਰੋ ਤੇ ਸਰਕਾਰੀ ਹਦਾਇਤਾਂ ਜੋ ਇਸ ਵੇਲੇ ਨੇ ਸਟੇ ਐਟ ਹੋਮ ਦੀਆਂ ਉਹਨਾਂ ਦਾ ਪਾਲਣ ਕਰੋ। ਖੁਸ਼ ਰਹੋ, ਸੇਫ ਰਹੋ, ਘਰਾਂ ਦੇ ਵਿੱਚ ਰਹੋ। ਥੈਂਕ ਯੂ, ਧੰਨਵਾਦ।